ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ। ਹਾਜ਼ਰ ਹਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ। ਸਾਡਾ ਅੱਜ ਦਾ ਮੁੱਦਾ ਹੈ ਸਿੱਖ ਸੈਨੀਆਂ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪੁਤਲਾ ਫੂਕਣ ਦੀ ਕੀਤੀ ਨਾਕਾਮ ਕੋਸ਼ਿਸ਼। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੈਨੀਆਂ ਵੱਲੋਂ ਬੀਤੇ ਦਿਨੀ ਮੰਡੀ ਗੋਬਿੰਦਗੜ੍ਹ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪੁਤਲਾ ਫੂਕਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਅਤੇ ਸਿੱਖ ਸੰਗਤਾਂ ਨੂੰ ਸਾਕਾ ਦਰਬਾਰ ਸਾਹਿਬ ਦੀ ਯਾਦਗਾਰ ਮਨਾਉਣ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਤੁਸੀਂ ਇਸ ਸਭ ਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਹੋ? ਬੀਬਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ, ਕੱਲ੍ਹ ਦੀ ਜਿਹੜੀ ਖਬਰ ਆ ਕਿ ਮੰਡੀ ਗੋਬਿੰਦਗੜ੍ਹ 'ਚ ਕੁਝ ਭੂਤਰੇ ਸਾਹਿਬ ਸੈਨੀਆਂ ਵੱਲੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਪੁਤਲਾ ਫੂਕਣ ਅਤੇ ਸਾਕਾ ਦਰਬਾਰ ਸਾਹਿਬ ਦੀ ਜਿਹੜੀ ਯਾਦ ਹਰ ਸਾਲ ਕੌਮ ਮਨਾਉਂਦੀ ਆ ਜੂਨ ਦੇ ਪਹਿਲੇ ਹਫ਼ਤੇ, ਉਸ ਯਾਦ ਨੂੰ ਮਨਾਉਣ ਦਾ ਵਿਰੋਧ ਕੀਤਾ ਅਤੇ ਖਾਲਿਸਤਾਨ ਦੇ ਵਿਰੋਧ 'ਚ ਨਾਅਰੇ ਲਾਏ। ਸੋ ਇਹ ਜਿਹੜੀਆਂ ਘਟਨਾਵਾਂ ਨੇ ਪੰਜਾਬ ਦੀ ਧਰਤੀ 'ਤੇ, ਇਹ ਪਹਿਲੀਆਂ ਘਟਨਾਵਾਂ ਨਹੀਂ। ਅਕਸਰ ਸਮੇਂ-ਸਮੇਂ 'ਤੇ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਇਹ ਜਿਹੜੀਆਂ ਸਿੱਖ ਦੁਸ਼ਮਣ ਤਾਕਤਾਂ ਨੇ, ਜਿਹੜੀਆਂ ਜਨੂਨੀ ਫਿਰਕੂ ਹਿੰਦੂਵਾਦੀ ਤਾਕਤਾਂ ਨੇ, ਇਹਨਾਂ ਵੱਲੋਂ ਅਕਸਰ ਸਿੱਖਾਂ ਦੇ ਅੱਲੇ ਜ਼ਖਮਾਂ 'ਤੇ ਲੂਣ ਛਿੜਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਕਦੇ ਸਿੱਖਾਂ ਬਾਰੇ ਚੁਟਕਲੇ ਬਣਾਏ ਜਾਂਦੇ ਨੇ, ਕਦੇ ਇਸ ਤਰ੍ਹਾਂ ਦੀ ਗੁਰੂ ਸਾਹਿਬਾਨ ਬਾਰੇ ਗਲਤ ਕਮੈਂਟ ਕੀਤੇ ਜਾਂਦੇ ਨੇ, ਕਦੇ ਸਿੱਖ ਇਤਿਹਾਸ ਨੂੰ ਮਰੋੜਿਆ ਜਾਂਦਾ। ਅਤੇ ਆਹ ਜਿਹੜੀ ਗੱਲ ਤੁਸੀਂ ਹੁਣ ਕੀਤੀ ਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਉਹਨਾਂ ਦੇ ਪੁਤਲੇ ਫੂਕਣ ਦੀ ਇਹ ਜਿਹੜੀ ਬਹੁਤ ਗੁਨਾਹ ਵਾਲੀ ਗੱਲ ਆ, ਜਿਹੜੀ ਮੈਂ ਸਮਝਦਾ ਕਿ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਅਤੇ ਮਿਰਚਾਂ ਦੋਨੋਂ ਛਿੜਕਣ ਵਾਲੀ ਗੱਲ ਹੈ। ਇਹ ਵੀ ਪਿਛਲੇ ਵਰ੍ਹੇ ਤੋਂ ਸ਼ੁਰੂ ਹੋਈ ਆ। ਸੋ ਅਸੀਂ ਜਿਹੜੀ ਗੱਲ ਬਾਰ-ਬਾਰ ਕਰਦੇ ਹਾਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਉਹਨਾਂ ਨੂੰ ਸਮੁੱਚੀ ਸਿੱਖ ਕੌਮ ਨੇ 20ਵੀਂ ਸਦੀ ਦਾ ਮਹਾਨ ਸਿੱਖ ਹੋਣ ਦਾ ਖਿਤਾਬ ਦਿੱਤਾ ਹੋਇਆ। ਸੋ ਜਿਸ ਵਿਅਕਤੀ ਨੂੰ, ਜਿਸ ਮਹਾਨ ਜਰਨੈਲ ਨੂੰ, ਜਿਸ ਮਹਾਨ ਸ਼ਹੀਦ ਨੂੰ ਸਮੁੱਚੀ ਕੌਮ ਨੇ, ਕਿਸੇ ਇੱਕ ਜਾਂ ਦੋ ਜਾਂ ਚਾਰ ਦੀ ਗੱਲ ਨਹੀਂ, ਜਾਂ ਉਹਨਾਂ ਦੇ ਕੁਝ ਪੈਰੋਕਾਰਾਂ ਦੀ ਗੱਲ ਨਹੀਂ, ਸਮੁੱਚੀ ਕੌਮ ਨੇ ਉਹਨਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਦਾ ਖਿਤਾਬ ਆ ਜਿਹੜਾ ਦਿੱਤਾ ਹੋਇਆ। ਸੋ ਜੇ ਕੋਈ ਉਹਨਾਂ ਬਾਰੇ ਅਪਮਾਨਜਨਕ ਟਿੱਪਣੀ ਕਰਦਾ ਜਾਂ ਉਹਨਾਂ ਦੀ ਸ਼ਾਨ ਦੇ ਵਿਰੁੱਧ ਕੋਈ ਕਾਰਵਾਈ ਕਰਦਾ, ਤਾਂ ਇਹਦਾ ਮਤਲਬ ਕਿ ਉਹ ਸਮੁੱਚੀ ਕੌਮ 'ਤੇ ਹਮਲਾ ਕਰ ਰਿਹਾ ਵਾ, ਸਮੁੱਚੀ ਕੌਮ ਦੀਆਂ ਭਾਵਨਾਵਾਂ ਨੇ ਜਿਹੜੀਆਂ ਉਹਨਾਂ ਨੂੰ ਜ਼ਖਮੀ ਕਰ ਰਿਹਾ। ਸੋ ਇਹ ਜਿਹੜੇ ਭੂਤਰੇ ਸਾਹਿਬ ਸੈਨੀਏ ਨੇ, ਇਹਨਾਂ ਵੱਲੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਪੁਤਲਾ ਫੂਕਣ ਦੀ ਕੋਸ਼ਿਸ਼ ਕਰਨਾ ਅਤੇ ਸਿੱਖਾਂ ਨੂੰ ਸਾਕਾ ਦਰਬਾਰ ਸਾਹਿਬ ਦੀ ਯਾਦਗਾਰ ਮਨਾਉਣ ਤੋਂ ਰੋਕਣਾ, ਸੋ ਉਸ ਗੱਲ ਨੂੰ ਕੋਈ ਵੀ ਸਿੱਖ ਆ, ਜਿਹੜਾ ਸੱਚਾ ਸਿੱਖ ਆ ਜਿਹੜਾ, ਉਹ ਬਰਦਾਸ਼ਤ ਨਹੀਂ ਕਰ ਸਕਦਾ। ਸੋ ਜਿਸ ਤਰ੍ਹਾਂ ਇਹਨਾਂ ਭੂਤਰੇ ਸਾਹਿਬ ਸੈਨੀਆਂ ਨੂੰ ਉੱਥੇ ਥੋੜ੍ਹੀ ਗਿਣਤੀ ਦੇ ਸਿੱਖ ਸੀ ਜਿਨ੍ਹਾਂ ਦੇ ਜਜ਼ਬਾਤ, ਜਿਸ ਤਰ੍ਹਾਂ ਮੈਂ ਗੱਲ ਕਰਦਾ ਕਿ ਇਸ ਜ਼ਖਮਾਂ 'ਤੇ ਲੂਣ ਛਿੜਕਣ ਵਾਲੀ ਗੱਲ ਆ। ਸੋ ਜਿਨ੍ਹਾਂ ਦੇ ਮਨ 'ਚ ਚੀਜ਼ ਉੱਠੀ, ਜਿਨ੍ਹਾਂ ਦੇ ਜਜ਼ਬਾਤ ਭੜਕੇ, ਜਦੋਂ ਉਹਨਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ, ਉਹ ਝੱਟ ਉਹਨਾਂ ਦੇ ਵਿਰੋਧ ਵਿੱਚ ਆ ਖੜੇ ਹੋਏ। ਚਾਹੇ ਉਹ ਗਿਣਤੀ ਵਿੱਚ ਥੋੜ੍ਹੇ ਸੀ, ਚਾਹੇ ਉਹ ਗਿਣਤੀ ਵਿੱਚ ਬਹੁਤੇ ਸੀ, ਉਹਨਾਂ ਨੇ ਬਿਨਾਂ ਕਿਸੇ ਗੱਲ ਦੀ ਪਰਵਾਹ ਕੀਤਿਆਂ ਉਹਨਾਂ ਸਿੱਖਾਂ ਨੇ ਝੱਟ ਆ ਕੇ ਇਹਨਾਂ ਨੂੰ ਭੂਤਰੇ ਸਾਹਿਬ ਸੈਨੀਆਂ ਨੂੰ ਲਲਕਾਰਿਆ ਅਤੇ ਇਹਨਾਂ ਨੂੰ ਭੱਜਣ ਲਈ ਥਾਂ ਨਹੀਂ ਮਿਲੀ। ਅਤੇ ਅਗਲੀ ਗੱਲ ਜਿਹੜੀ, ਭਾਵੇਂ ਕਿ ਅਸੀਂ ਬਾਰ-ਬਾਰ ਕਰਦੇ ਆ ਰਹੇ ਹਾਂ ਕਿ ਪਿਛਲੇ ਸਮੇਂ ਤੋਂ, ਜਦੋਂ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ, ਜੇ ਅਸੀਂ ਪਿੱਛੇ ਚਲੇ ਜਾਈਏ ਕਿ ਜੇ ਪੰਜਾਬ ਦਾ ਜਿਹੜਾ ਭਿਆਨਕ ਸਮਾਂ ਆਇਆ, ਉਹਦੇ ਪਿੱਛੇ ਵੀ ਕੀ ਕਾਰਨ ਸੀ? ਇਹੀ ਲੋਕ ਜਿਨ੍ਹਾਂ ਨੇ ਕਦੇ ਪੰਜਾਬੀ ਦਾ ਵਿਰੋਧ ਕੀਤਾ ਸੀ ਕਿ ਪੰਜਾਬੀ ਆ ਜਿਹੜੀ ਉਹ ਸਾਡੀ ਮਾਂ ਬੋਲੀ ਨਹੀਂ। ਉਸ ਤੋਂ ਬਾਅਦ ਇਹੀ ਲੋਕ ਸੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਵੀ ਬੀੜੀਆਂ ਤੱਕ ਸਿੱਟਣ ਦੀ ਗੱਲ ਕੀਤੀ ਸੀ। ਇਹੀ ਲੋਕ ਸੀ ਜਿਨ੍ਹਾਂ ਨੇ ਨਾਅਰੇ ਲਾਏ ਸੀ ਕਿ ਅਸੀਂ ਜਿਹੜੀ ਕੜਾ ਕੇਸ ਕਿਰਪਾਨ ਆ ਜਿਹੜੀ, ਇਹਨੂੰ ਅਸੀਂ ਪਾਕਿਸਤਾਨ ਭੇਜ ਦਿਆਂਗੇ। ਸੋ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਘਿਨਾਉਣੀਆਂ ਕਾਰਵਾਈਆਂ ਨੇ, ਜਿਹੜੀਆਂ ਸਿੱਖਾਂ ਨੂੰ ਭੜਕਾਉਣ ਵਾਲੀਆਂ ਵੀ ਆ, ਉਹਨਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਵਾਲੀਆਂ, ਉਹਨਾਂ ਕਾਰਨ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਆ ਉਹ ਹਮੇਸ਼ਾ ਤਣਾਅਪੂਰਨ ਬਣਿਆ। ਵੈਸੇ ਜੇ ਅਸੀਂ ਦੇਖੀਏ ਕਿ ਆਮ ਤੌਰ 'ਤੇ ਪੰਜਾਬ ਦੇ ਵਿੱਚ ਹਿੰਦੂ ਸਿੱਖਾਂ ਦੇ ਵਿੱਚ ਕਦੇ ਕੋਈ ਤਣਾਅ ਨਹੀਂ ਰਿਹਾ। ਜਦੋਂ ਇਸ ਤਰ੍ਹਾਂ ਦੇ ਜਿਹੜੇ ਜਨੂਨੀ ਲੋਕ ਨੇ, ਜਿਹੜੇ ਕੱਟੜਵਾਦਤਾ ਦੇ ਜਿਨ੍ਹਾਂ ਦੇ ਜਨੂਨ ਚੜ੍ਹਿਆ ਹੁੰਦਾ, ਅਤੇ ਇਹ ਜਿਹੜੇ ਭੂਤਰੇ ਲੋਕ ਜਦੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਨੇ, ਉਹਦੇ ਨਾਲ ਸਿੱਖਾਂ ਦੇ ਜਜ਼ਬਾਤ ਨੇ ਜਿਹੜੇ ਉਹ ਭਟਕਦੇ ਨੇ। ਅਤੇ ਉਹ ਤੋਂ ਬਾਅਦ ਜਿਹੜੀਆਂ ਕਾਰਵਾਈਆਂ ਨੇ, ਕਿਉਂਕਿ ਜੇ ਤੁਸੀਂ ਕਿਸੇ ਦੇ ਜ਼ਖਮਾਂ 'ਤੇ ਲੂਣ ਛਿੜਕੋਗੇ ਤਾਂ ਉਹਦੇ ਮਨ 'ਚ ਚੀਜ਼ ਤਾਂ ਜ਼ਰੂਰ ਉੱਠੂਗੀ, ਉਹ ਉਹਦਾ ਜਵਾਬ ਤਾਂ ਜ਼ਰੂਰ ਦੇਊਗਾ। ਸਾਕਾ ਦਰਬਾਰ ਸਾਹਿਬ ਦੀ ਯਾਦਗਾਰ ਮਨਾਉਣ 'ਤੇ ਕਿਸੇ ਨੂੰ ਕੋਈ ਇਤਰਾਜ਼ ਕਿਉਂ ਹੁੰਦਾ ਹੈ?
ਬੀਬਾ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਇਹ ਜਿਹੜੀਆਂ ਤਾਕਤਾਂ ਨੇ, ਜਿਹੜੀਆਂ ਮਤਲਬ ਸਿੱਖਾਂ ਦੇ ਜਜ਼ਬਾਤਾਂ ਨੂੰ, ਸਿੱਖ ਭਾਵਨਾਵਾਂ ਨੂੰ, ਸਿੱਖੀ ਹੋਂਦ ਨੂੰ, ਸਿੱਖ ਸਿਧਾਂਤਾਂ ਨੂੰ ਖੋਰਾ ਲਾਉਣਾ ਚਾਹੁੰਦੀਆਂ ਨੇ, ਉਹਨਾਂ ਨੂੰ ਖ਼ਤਮ ਕਰਨਾ ਚਾਹੁੰਦੀਆਂ ਨੇ, ਉਹਨਾਂ ਤਾਕਤਾਂ ਵੱਲੋਂ ਇਹ ਜਿਹੜਾ ਦਰਬਾਰ ਸਾਹਿਬ ਦਾ ਸਾਕਾ ਵਾਪਰਿਆ, ਬਜਾਏ ਇਸ ਗੱਲ ਦੇ ਕਿ ਇਸ ਗੱਲ ਦੀ ਹਮਦਰਦੀ ਪ੍ਰਗਟਾਈ ਜਾਵੇ ਕਿ ਇਸ ਦੇਸ਼ ਦੀ ਫੌਜ ਨੇ ਸਿੱਖਾਂ ਦੇ ਧਾਰਮਿਕ ਸਥਾਨ 'ਤੇ ਦੁਸ਼ਮਣਾਂ ਵਾਂਗੂ ਹਮਲਾ ਕੀਤਾ। ਇਸ ਦੇਸ਼ ਦੀ ਫੌਜ ਨੇ ਦਰਬਾਰ ਸਾਹਿਬ ਦੇ ਵਿੱਚ ਹਾਜ਼ਰ ਸਿੱਖ ਸੰਗਤਾਂ ਦਾ, ਜਿਹੜੀਆਂ ਪੰਜਵੇਂ ਪਾਤਸ਼ਾਹ ਨੂੰ ਨਤਮਸਤਕ ਹੋਣ ਆਈਆਂ ਸੀ, ਉਹਨਾਂ ਦਾ, ਬੱਚਿਆਂ ਦਾ, ਬਜ਼ੁਰਗਾਂ ਦਾ, ਔਰਤਾਂ ਦਾ ਸ਼ਰੇਆਮ ਕਤਲੇਆਮ ਕੀਤਾ, ਟੈਂਕਾਂ ਨਾਲ, ਤੋਪਾਂ ਨਾਲ, ਗੋਲੀਆਂ ਦੇ ਨਾਲ। ਸੋ ਇਸ ਗੱਲ ਦਾ ਵਿਰੋਧ ਕਰਨ ਦੀ ਬਜਾਏ ਇਸ ਗੱਲ ਦੀ ਕਿ ਸਿੱਖ ਇਸ ਯਾਦਗਾਰ ਨੂੰ ਕਿਉਂ ਮਨਾਉਂਦੇ ਨੇ, ਉਹਦਾ ਵਿਰੋਧ ਕੀਤਾ ਜਾਂਦਾ। ਸੋ ਦਰਬਾਰ ਸਾਹਿਬ ਦਾ ਸਾਕਾ ਜਿਹੜਾ ਮੈਂ ਸਮਝਦਾ ਕਿ ਜਦੋਂ ਤੱਕ ਇਹ ਦੁਨੀਆ ਰਹੂਗੀ, ਜਦੋਂ ਤੱਕ ਇਸ ਦੁਨੀਆ 'ਤੇ ਸਿੱਖ ਕੌਮ ਰਹੂਗੀ, ਦਰਬਾਰ ਸਾਹਿਬ ਦਾ ਸਾਕਾ, ਇਹਦੀ ਜਿਹੜੀ ਚੀਜ਼ ਆ, ਖਾਸ ਕਰਕੇ ਉਹਨਾਂ ਦਿਨਾਂ 'ਚ ਜਦੋਂ ਇਹ ਵਾਪਰਿਆ ਵਾ, ਜਦੋਂ ਉਹਦੀ ਵਰ੍ਹੇਗੰਢ ਆਉਂਦੀ ਆ, ਉਹ ਹਰ ਸਿੱਖ ਦੇ ਮਨ ਦੇ ਵਿੱਚ ਉਹ ਚੀਜ਼ ਉੱਠਣੀ ਸੁਭਾਵਿਕ ਆ। ਅਸੀਂ ਅੱਜ ਵੀ ਛੋਟੇ ਘੱਲੂਘਾਰੇ ਨੂੰ ਮਨਾਉਂਦੇ ਹਾਂ ਹਰ ਵਰ੍ਹੇ, ਵੱਡੇ ਘੱਲੂਘਾਰੇ ਨੂੰ ਮਨਾਉਂਦੇ ਹਾਂ ਹਰ ਵਰ੍ਹੇ, ਅਸੀਂ ਆਪਣੇ ਮਹਾਨ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਮਨਾਉਂਦੇ ਹਾਂ ਹਰ ਵਰ੍ਹੇ। ਸੋ ਇਹ ਜਿਹੜਾ ਦਰਬਾਰ ਸਾਹਿਬ ਦਾ ਸਾਕਾ, ਇਹਨੂੰ ਸਿੱਖ ਕਦੇ ਵੀ ਨਾ ਭੁੱਲ ਸਕਦੇ ਨੇ ਅਤੇ ਨਾ ਸਾਕੇ ਭੁੱਲਣ ਯੋਗ ਹੁੰਦੇ ਨੇ। ਸੋ ਇਹਨਾਂ ਲੋਕਾਂ ਨੂੰ, ਜਿਨ੍ਹਾਂ ਨੂੰ ਪਤਾ ਨਹੀਂ ਕਿਉਂ ਚੀਜ਼ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਮਤਲਬ ਉਹਨਾਂ ਨੂੰ ਕਿਉਂ ਚੀਜ਼ ਉੱਠਦੀ ਆ ਅਤੇ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਨੇ। ਹਾਲਾਂਕਿ ਜਿਹੜਾ ਦਰਬਾਰ ਸਾਹਿਬ ਦੇ ਸਾਕੇ ਦੀ ਗੱਲ ਆ ਕਿ ਕੌਮ ਆ ਜਿਹੜੀ, ਸਿੱਖ ਕੌਮ ਆ ਜਿਹੜੀ, ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ, ਨਾਅਰਾ ਹੈ ਸਿੱਖ ਕੌਮ ਦਾ ਕਿ ਸਰਬੱਤ ਦਾ ਭਲਾ। ਪਰੰਤੂ ਉਸ ਦੇ ਬਾਵਜੂਦ ਇਸ ਦੇਸ਼ ਦੇ ਵਿੱਚ ਸਿੱਖਾਂ ਨਾਲ ਹਮੇਸ਼ਾ ਦੂਜੇ ਨੰਬਰ ਦੇ ਸ਼ਹਿਰੀ ਵਾਲਾ ਵਰਤਾਓ ਹੁੰਦਾ ਆ ਰਿਹਾ। ਉਹਨਾਂ ਨੂੰ ਇਨਸਾਫ ਨਹੀਂ ਮਿਲਦਾ, ਉਹਨਾਂ ਨਾਲ ਬੇਇਨਸਾਫੀ ਹੁੰਦੀ ਆ, ਉਹਨਾਂ ਨਾਲ ਧੱਕੇਸ਼ਾਹੀ ਹੁੰਦੀ ਆ, ਉਹਨਾਂ ਨਾਲ ਵਿਤਕਰੇਬਾਜ਼ੀ ਹੁੰਦੀ ਆ। ਸੋ ਜਦੋਂ ਤੁਸੀਂ ਇੱਕ ਦੇਸ਼ ਦੀ ਘੱਟ ਗਿਣਤੀ ਦੇ ਨਾਲ ਜ਼ੋਰ ਕਰਦੇ ਹੋ, ਜ਼ਬਰ ਕਰਦੇ ਹੋ, ਜ਼ੁਲਮ ਕਰਦੇ ਹੋ, ਤਸ਼ੱਦਦ ਕਰਦੇ ਹੋ, ਉਹਨੂੰ 2 ਨੰਬਰ ਦੇ ਸ਼ਹਿਰੀ ਸਮਝਦੇ ਹੋ, ਤਾਂ ਫਿਰ ਉਹ ਕੌਮ ਆਪਣਾ ਵਿਰੋਧ ਆ ਜਿਹੜਾ ਉਹ ਕਿਉਂ ਨਹੀਂ ਪ੍ਰਗਟਾਊਗੀ, ਉਹਦੇ ਮਨ ਦੇ ਵਿੱਚ ਵਿਰੋਧ ਕਿਉਂ ਨਹੀਂ ਪੈਦਾ ਹੋਊਗਾ। ਸੋ ਜਦੋਂ ਕੌਮ ਇਸ ਧੱਕੇਸ਼ਾਹੀ ਵਿਰੁੱਧ, ਇਸ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਦੀ ਆ ਅਤੇ ਉਹਦੇ ਮੱਥੇ 'ਤੇ ਵੱਖਵਾਦੀ ਹੋਣ ਦਾ, ਅੱਤਵਾਦੀ ਹੋਣ ਦਾ ਧੱਬਾ ਵਾ ਜਿਹੜਾ ਲੇਬਲ ਆ ਜਿਹੜਾ ਉਹ ਚਿਪਕਾ ਦਿੱਤਾ ਜਾਂਦਾ। ਸੋ ਜਿਹੜਾ ਦਰਬਾਰ ਸਾਹਿਬ ਦਾ ਸਾਕਾ ਜਿਹੜਾ ਉਹ ਪੈਦਾ ਇਹਨਾਂ ਸਥਿਤੀਆਂ 'ਚੋਂ ਹੋਇਆ, ਇਸ ਸੋਚ 'ਚੋਂ ਹੋਇਆ ਕਿ ਸਿੱਖ ਆਪਣਾ ਕੌਮੀ ਘਰ ਮੰਗਦੇ ਨੇ। ਸਿੱਖਾਂ ਦੇ ਸਵੈਮਾਨ, ਉਹਨਾਂ ਦੇ ਜਜ਼ਬੇ, ਉਹਨਾਂ ਦੇ ਜਜ਼ਬਾਤ, ਉਹਨਾਂ ਦੀ ਅਣਖ, ਉਹਨਾਂ ਦੀ ਜ਼ਮੀਰ ਨੂੰ ਕੁਚਲਣ ਲਈ ਅਤੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ ਇਹ ਦਰਬਾਰ ਸਾਹਿਬ ਦਾ ਸਾਕਾ ਸੀ ਜਿਹੜਾ ਉਸ ਸਮੇਂ ਦੀ ਸਰਕਾਰ ਨੇ ਆਪਣੇ ਦੇਸ਼ ਦੀਆਂ ਫੌਜਾਂ ਚੜ੍ਹਾ ਕੇ ਕੀਤਾ। ਸੋ ਮੈਂ ਸਮਝਦਾ ਕਿ ਇਨਸਾਫ ਪਸੰਦ ਕੋਈ ਵੀ ਵਿਅਕਤੀ ਆ, ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਆ, ਚਾਹੇ ਉਹ ਹਿੰਦੂ ਆ, ਚਾਹੇ ਮੁਸਲਮਾਨ ਆ, ਚਾਹੇ ਸਿੱਖ ਆ, ਚਾਹੇ ਈਸਾਈ ਆ, ਚਾਹੇ ਬੁੱਧੀ ਆ, ਚਾਹੇ ਪਾਰਸੀ ਆ, ਕਿਸੇ ਵੀ ਧਰਮ ਨਾਲ ਸੰਬੰਧਿਤ ਆ, ਉਹ ਦਰਬਾਰ ਸਾਹਿਬ ਦੇ ਸਾਕੇ ਨੂੰ ਕਿਸੇ ਵੀ ਕੀਮਤ 'ਤੇ ਜਾਇਜ਼ ਨਹੀਂ ਠਹਿਰਾ ਸਕਦਾ। ਖਾਸ ਕਰਕੇ ਉਸ ਘਟਨਾ ਨੂੰ ਕਿ ਦਰਬਾਰ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਆਈਆਂ ਸੰਗਤਾਂ ਨੂੰ ਇਸ ਦੇਸ਼ ਦੀ ਫੌਜ ਨੇ ਤੇ ਟੈਂਕਾਂ ਨਾਲ, ਤੋਪਾਂ ਦੇ ਨਾਲ ਉਹਨਾਂ ਦਾ ਕਤਲੇਆਮ ਕੀਤਾ। ਸ਼ਾਇਦ ਇਹੀ ਵਜ੍ਹਾ ਹੈ ਕਿ ਹਿੰਦੂ ਕੌਮ ਹੈ, ਜੋ ਹਿੰਦੁਸਤਾਨ ਦੇ ਵਿੱਚ ਜੋ ਹਿੰਦੂਵਾਦੀਆਂ ਨੇ ਕੀਤਾ, ਉਹ ਇੱਕ ਇੱਕ ਕਰਕੇ ਪੂਰੀ ਦੁਨੀਆ ਦੇ ਸਾਹਮਣੇ ਉਜਾਗਰ ਹੋਇਆ। ਸ਼ਾਇਦ ਤਾਂ ਹੀ ਇਸ ਦਾ ਵਿਰੋਧ ਪਿਛਲੇ ਕਈ ਸਾਲਾਂ ਤੋਂ ਹੋਣਾ ਸ਼ੁਰੂ ਹੋ ਗਿਆ ਹੈ। ਬਿਲਕੁਲ, ਇਹ ਦੇਖੋ ਗੱਲ, ਜਿੱਥੋਂ ਗੱਲ ਇਨਸਾਫ ਦੀ ਆਉਂਦੀ ਆ, ਮਨੁੱਖੀ ਅਧਿਕਾਰਾਂ ਦੀ ਆਉਂਦੀ ਆ, ਸਮੁੱਚੀ ਦੁਨੀਆ ਜਦੋਂ ਮਤਲਬ ਇਸ ਵਰਤਾਰੇ ਨੂੰ ਵੇਖਦੀ ਆ ਕਿ ਇਹ ਜਿਹੜਾ ਜੋ ਕੁਝ ਵਾਪਰਿਆ, ਅਤੇ ਆਖਰ ਨੂੰ ਇਸ ਗੱਲ ਦਾ ਮਾਣ ਆ ਜਿਹੜਾ ਉਹ ਕੀ ਕੀਤਾ ਜਾਂਦਾ ਕਿ ਇੱਕ ਪਾਸੇ 150 ਸਿੰਘ ਨੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ 150 ਸਿੰਘ ਆ ਉਸ ਵੇਲੇ ਅਕਾਲ ਤਖਤ 'ਤੇ, ਅਤੇ ਦੂਸਰੇ ਪਾਸੇ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਫੰਨੇ-ਖਾਂ ਅਖਵਾਉਂਦੀ ਜਿਹੜੀ ਭਾਰਤ ਦੀ ਮਿਲਟਰੀ ਆ, ਭਾਰਤ ਦੀ ਫੌਜ ਆ, ਜਿਹਦੇ ਕੋਲ ਹਰ ਤਰ੍ਹਾਂ ਦਾ ਸਾਧਨ ਆ, ਹਰ ਤਰ੍ਹਾਂ ਦਾ ਹਥਿਆਰ ਆ, ਪਰੰਤੂ 72 ਘੰਟੇ, ਪੂਰੇ 72 ਘੰਟੇ ਉਹ ਉਹਨਾਂ ਸਿੰਘਾਂ ਅੱਗੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਜ਼ਬੇ ਅੱਗੇ, ਉਹਨਾਂ ਦੀ ਬਹਾਦਰੀ ਅਤੇ ਜਜ਼ਬਾਤਾਂ ਅੱਗੇ 72 ਘੰਟੇ ਨਤਾਣੀ ਬਣ ਕੇ ਖੜੀ ਰਹੀ।
ਸੋ ਇਸ ਜਿਹੜਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਇਹ ਸਾਕੇ ਨੇ ਜਿਹੜੇ ਕੌਮ ਦੇ ਜਜ਼ਬਿਆਂ ਨਾਲ ਜੁੜੇ ਹੁੰਦੇ ਨੇ, ਕੌਮ ਦੇ ਜਜ਼ਬਾਤਾਂ ਨਾਲ ਜੁੜੇ ਹੁੰਦੇ ਨੇ। ਸੋ ਮੈਂ ਸਮਝਦਾ ਕਿ ਇਹਨਾਂ ਨੂੰ ਕੁਰੇਦਣ ਦੀ, ਇਹਨਾਂ 'ਤੇ ਜਿਹੜਾ ਜ਼ਖਮ ਸੁੱਟਿਆ ਜਾਂਦਾ, ਲੂਣ ਸੁੱਟਿਆ ਜਾਂਦਾ ਜ਼ਖਮਾਂ 'ਤੇ, ਉਹ ਬਹੁਤ ਵੱਡੀ ਅਤੇ ਭਿਆਨਕ ਗਲਤੀ ਆ। ਸੋ ਇਹਨਾਂ ਸਾਹਿਬ ਸੈਨੀਆਂ ਨੂੰ ਇਸ ਪੱਛ 'ਤੇ ਝਾਤੀ ਮਾਰਨੀ ਚਾਹੀਦੀ ਆ ਕਿ ਕਿਸੇ ਦੇ ਜ਼ਖਮਾਂ 'ਤੇ ਲੂਣ ਨਹੀਂ ਛਿੜਕਣਾ ਚਾਹੀਦਾ। ਅਤੇ ਉਹਦੇ ਮਨ 'ਚ ਜਦੋਂ ਚੀਜ਼ ਪਊਗੀ ਫਿਰ ਉਹਦਾ ਜਿਹੜਾ ਉਹ ਬਾਹਰ ਕਹੂਗਾ, ਉਹ ਝੱਲਣਾ ਫਿਰ ਸੌਖਾ ਨਹੀਂ। ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਿਸ ਤੋਂ ਤੇ ਕਿਵੇਂ ਖਤਰਾ ਹੈ? ਇਹਦਾ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਕਿ ਸਿੱਖ ਸਿਧਾਂਤ ਨੇ ਜਿਹੜੇ ਉਹ ਸਰਬੱਤ ਦਾ ਭਲੇ ਦਾ ਨਾਅਰਾ ਦਿੰਦੇ ਨੇ। ਸਿੱਖੀ ਦੀ ਹੋਂਦ ਆ ਜਿਹੜੀ ਉਹ ਸਰਬੱਤ ਦੇ ਭਲੇ 'ਤੇ ਆ। ਸਿੱਖ ਇਤਿਹਾਸ ਨੂੰ ਗੁਰੂ ਨਾਨਕ ਸਾਹਿਬ ਨੇ ਜਿਸ ਦਿਨ ਇਸ ਦੀ ਸਥਾਪਨਾ ਕੀਤੀ, ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਸਿੱਖ ਇਤਿਹਾਸ ਨੂੰ ਪੜ੍ਹ ਲਈਏ ਤਾਂ ਸਿੱਖ ਹਮੇਸ਼ਾ ਨਿਮਾਣਿਆਂ ਦਾ ਮਾਣ ਬਣਿਆ, ਨਤਾਣਿਆਂ ਦਾ ਤਾਣ ਬਣਿਆ, ਨਿਉਟਿਆਂ ਦੀ ਓਟ ਬਣਿਆ, ਨਥਾਵਿਆਂ ਦਾ ਥਾਂ ਬਣਿਆ। ਮਤਲਬ ਹਰ ਥਾਂ ਜਿੱਥੇ ਕਿਸੇ ਨਾਲ ਜ਼ੋਰ ਜ਼ਬਰ ਹੁੰਦਾ ਸੀ, ਉਹਦੀ ਬਾਂਹ ਬਣ ਕੇ ਖੜਾ ਹੋਇਆ, ਉਹਦਾ ਸਹਾਰਾ ਬਣ ਕੇ ਖੜਾ ਹੋਇਆ। ਜ਼ੋਰ ਜ਼ਬਰ ਵਿਰੁੱਧ ਖੁਦ ਹਿੱਕ ਡਾਈ ਅਤੇ ਜਿਨ੍ਹਾਂ 'ਤੇ ਹੋ ਰਿਹਾ ਸੀ ਉਹਨਾਂ ਨੂੰ ਬਚਾਇਆ। ਸੋ ਇਹ ਸਿੱਖੀ ਦੇ ਸੁਨਹਿਰੇ ਸਿਧਾਂਤ ਨੇ, ਸੁਨਹਿਰੇ ਅਸੂਲ ਨੇ। ਸੋ ਇਹਨਾਂ ਅਸੂਲਾਂ ਨੂੰ ਜੇ ਅਸੀਂ ਬਾਗੀ ਹੋਣ ਦਾ ਖਿਤਾਬ ਦੇ ਦਈਏ, ਅਸੀਂ ਇਹਨਾਂ ਨੂੰ ਵੱਖਵਾਦੀ ਹੋਣ ਦਾ ਖਿਤਾਬ ਦੇ ਦਈਏ, ਅਸੀਂ ਇਹਨਾਂ ਨੂੰ ਅੱਤਵਾਦੀ ਹੋਣ ਦਾ ਖਿਤਾਬ ਦੇ ਦਈਏ, ਤਾਂ ਜਿਹੜੇ ਵਿਅਕਤੀ ਇਹ ਖਿਤਾਬ ਦੇ ਰਹੇ ਨੇ ਉਹਨਾਂ ਨੂੰ ਆਪਣੇ ਮਨਾਂ 'ਚ ਆਪਣੀ ਅਕਲ ਵੱਲ ਝਾਤੀ ਜ਼ਰੂਰ ਮਾਰਨੀ ਪਊਗੀ। ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਜਿਸ ਕੌਮ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ, ਉਸ ਕੌਮ ਨੂੰ ਜੇ ਤੁਸੀਂ ਪਹਿਲੇ ਦਿਨ ਹੀ ਜਿਸ ਦਿਨ ਦੇਸ਼ ਆਜ਼ਾਦ ਹੁੰਦਾ ਜਰਾਇਮ ਪੇਸ਼ਾ ਕੌਮ ਕਰਾਰ ਦੇ ਦਿੰਦੇ ਹੋ, ਤਾਂ ਅਕਿਰਤ ਘਣ ਕੌਣ ਆ? ਦੇਸ਼ ਦੇ ਹਿੱਤਾਂ ਨਾਲ ਖਿਲਵਾੜ ਕਰਨ ਵਾਲਾ ਕੌਣ ਆ? ਅਤੇ ਉਸ ਤੋਂ ਬਾਅਦ ਜੇ ਅਸੀਂ ਅੱਜ ਤੱਕ ਚੱਲਦੇ ਆਈਏ ਕਿ ਸਿੱਖਾਂ ਨੇ ਹਮੇਸ਼ਾ, ਚਾਹੇ ਇਸ ਦੇਸ਼ ਦੇ ਭੁੱਖੇ ਢਿੱਡ ਨੂੰ ਭਰਨ ਦੀ ਗੱਲ ਹੋਈ, ਇਸ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਦੀ ਗੱਲ ਹੋਈ, ਸੋ ਇਸ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਜੇ ਅਸੀਂ ਗੱਲ ਕਰ ਲਈਏ, ਜੇ ਜੰਮੂ ਕਸ਼ਮੀਰ 'ਚ ਮਰ ਰਹੇ ਨੇ ਤੇ ਸਿੱਖ ਮਰ ਰਹੇ ਨੇ, ਜੇ ਨਾਗਾਲੈਂਡ 'ਚ ਮਰ ਰਹੇ ਨੇ ਤਾਂ ਸਿੱਖ ਮਰ ਰਹੇ ਨੇ, ਮਿਜ਼ੋਰਮ 'ਚ ਲੜਾਈ ਕਰਕੇ ਮਰ ਰਹੇ ਨੇ ਤਾਂ ਸਿੱਖ ਮਰ ਰਹੇ ਨੇ। ਸੋ ਇਸ ਦੇਸ਼ ਦੀ ਜੇ ਏਕਤਾ ਦੀ, ਜੇ ਝਾਰਖੰਡ ਦੇ ਵਿੱਚ ਜਿਹੜਾ ਉੱਥੇ ਮਾਓਵਾਦੀਆਂ ਨਾਲ ਲੜਾਈ ਹੋ ਰਹੀ ਆ, ਉੱਥੇ ਬਹੁ ਗਿਣਤੀ 'ਚ ਜੇ ਸਿੱਖ ਫੌਜੀ ਮਰ ਰਹੇ ਨੇ। ਸੋ ਜੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਗੱਲ ਕਰੀਏ ਵੀ ਤਾਂ ਵੀ ਜੇ ਉਹਦੇ ਲਈ ਕੁਰਬਾਨੀਆਂ ਦੇ ਰਹੇ ਨੇ ਤੇ ਸਿੱਖ ਦੇ ਰਹੇ ਨੇ। ਮਤਲਬ ਦੇਸ਼ ਦਾ ਕੋਈ ਵੀ ਹਿੱਤ ਆ ਜਿਹੜਾ ਇਸ ਤਰ੍ਹਾਂ ਦਾ ਨਹੀਂ ਜਿਹਦੇ ਲਈ ਸਿੱਖ ਅੱਗੇ ਹੋ ਕੇ ਆਪਣੀਆਂ ਕੁਰਬਾਨੀ ਨਹੀਂ ਦੇ ਰਹੇ, ਆਪਣੀਆਂ ਹਿੱਕਾਂ ਨਹੀਂ ਢਾਹ ਰਹੇ। ਪਰੰਤੂ ਉਸ ਦੇ ਬਾਵਜੂਦ ਜੇ ਸਿੱਖਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਹੋਣ ਦਾ ਲੇਬਲ ਇਸ ਦੇਸ਼ ਨੇ ਦਿੱਤਾ, ਤਾਂ ਇਸ ਤੋਂ ਵੱਡੀ ਅਕਿਰਤ ਘਣਤਾ ਕਿਹੜੀ ਹੋ ਸਕਦੀ ਆ? ਅਤੇ ਫਿਰ ਦੇਸ਼ ਦੀ ਏਕਤਾ ਅਤੇ ਅਖੰਡਤਾ ਨਾਲ ਕੌਣ ਖੇਡ ਰਿਹਾ ਵਾ? ਸਿੱਖ ਨੇ ਜਿਹੜੇ ਉਹ ਦਰਬਾਰ ਸਾਹਿਬ ਦੇ ਸਾਕੇ ਦੀ ਯਾਦ ਮਨਾ ਰਹੇ ਨੇ ਸ਼ਾਂਤਮਈ ਢੰਗ ਨਾਲ। ਜੋ ਕੁਝ ਸਾਡੇ ਨਾਲ ਵਾਪਰਿਆ ਅਸੀਂ ਉਹਨੂੰ ਯਾਦ ਕਰ ਰਹੇ ਹਾਂ। ਅਸੀਂ ਉਸ ਮਹਾਨ ਜਰਨੈਲ ਨੂੰ ਯਾਦ ਕਰ ਰਹੇ ਹਾਂ ਜਿਹਦੇ ਬਾਰੇ ਕਿਹਾ ਜਾਂਦਾ ਵਾ ਕਿ ਉਹਨੇ ਸੁੱਤੀ ਕੌਮ ਨੂੰ ਜਗਾਇਆ। ਭਿੰਡਰਾਂਵਾਲਾ ਸੰਤ ਸਿਪਾਹੀ ਜਿਸ ਨੇ ਸੁੱਤੀ ਕੌਮ ਜਗਾਈ, ਜਿਸ ਜਰਨੈਲ ਨੇ ਸੁੱਤੀ ਕੌਮ ਜਗਾਈ, ਅਸੀਂ ਉਹਨੂੰ ਯਾਦ ਕਰ ਰਹੇ ਹਾਂ, ਉਹਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ। ਅਤੇ ਕਿਸੇ ਦੇ ਢਿੱਡ 'ਚ ਪੀੜ ਕਿਉਂ ਹੋ ਰਹੀ ਆ? ਸਵਾਲ ਇੱਥੇ ਆ ਕੇ ਖੜਾ ਹੋ ਜਾਂਦਾ ਕਿ ਜਿਨ੍ਹਾਂ ਲੋਕਾਂ ਦੇ ਢਿੱਡ 'ਚ ਪੀੜ ਹੁੰਦੀ ਆ ਅਤੇ ਫਿਰ ਉਹਨਾਂ ਦਾ ਜਿਹੜੀ ਢਿੱਡ ਦੀ ਦਰਦ ਆ ਉਹਨੂੰ ਦੂਰ ਕਰਨ ਲਈ ਦਵਾਈ ਦਿੱਤੀ ਜਾਣੀ ਚਾਹੀਦੀ ਹੈ। ਸੋ ਜਦੋਂ ਤੱਕ ਸਿੱਖ ਕੌਮ ਨੂੰ ਇਸ ਦੇਸ਼ ਦੇ ਵਿੱਚ ਬਰਾਬਰਤਾ ਦਾ ਅਧਿਕਾਰ ਪ੍ਰਾਪਤ ਨਹੀਂ ਹੁੰਦਾ, ਉਹਨੂੰ ਬਰਾਬਰ ਦੇ ਸ਼ਹਿਰੀ ਨਹੀਂ ਮੰਨਿਆ ਜਾਂਦਾ, ਉਦੋਂ ਤੱਕ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਇਹਨਾਂ ਲੋਕਾਂ ਦੀ ਸੋਚ ਆ, ਜਿਹੜੀ ਹਿੰਦੂਵਾਦੀ ਤਾਕਤਾਂ ਦੀ ਜਿਹੜੀ ਸੌੜੀ ਸੋਚ ਆ, ਜਿਹੜੇ ਰੋਜ਼ ਚੜ੍ਹਦੇ ਸੂਰਜ ਇਹ ਕਹਿੰਦੇ ਨੇ ਕਿ ਸਿੱਖ ਧਰਮ ਆ ਜਿਹੜਾ ਉਹ ਹਿੰਦੂ ਧਰਮ ਦਾ ਅੰਗ ਆ, ਹਿੰਦੂ ਧਰਮ ਦਾ ਹਿੱਸਾ, ਜਿਹੜੇ ਸਿੱਖੀ ਨੂੰ ਹੜੱਪਣ ਲਈ ਯਤਨਸ਼ੀਲ ਨੇ। ਸੋ ਇਹ ਲੋਕ ਜਿਹੜੇ ਇਸ ਦੇਸ਼ ਦੀਆਂ ਘੱਟ ਗਿਣਤੀਆਂ ਨਾਲ ਲਗਾਤਾਰ ਧੱਕੇਸ਼ਾਹੀ ਕਰ ਰਹੇ ਨੇ, ਮੈਂ ਸਮਝਦਾ ਕਿ ਜੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਤਾਂ ਇਹਨਾਂ ਲੋਕਾਂ ਤੋਂ, ਇਹਨਾਂ ਲੋਕਾਂ ਦੀ ਘਟੀਆ ਸੋਚ ਤੋਂ, ਇਹਨਾਂ ਲੋਕਾਂ ਦੀ ਫਿਰਕੂ ਸੋਚ ਤੋਂ ਖਤਰਾ। ਇੱਕ ਪਾਸੇ ਸਿੱਖ ਸ਼ਾਂਤਮਈ ਢੰਗ ਨਾਲ ਰੋਸ ਮੁਜ਼ਾਹਰਾ ਕਰਦੇ ਹਨ ਤੇ ਦੂਸਰੇ ਪਾਸੇ ਸਿਵ ਸੈਨੀਏ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ। ਪੁਲਿਸ ਵੱਲੋਂ ਸਿੱਖਾਂ ਨਾਲ ਤੇ ਇਹਨਾਂ ਜਨੂਨੀ ਫਿਰਕਿਆਂ ਨਾਲ ਵੱਖੋ ਵੱਖਰਾ ਵਰਤਾਅ ਕਿਉਂ ਕੀਤਾ ਜਾਂਦਾ ਹੈ? ਜੇ ਸਾਰੀ ਸਮੱਸਿਆ ਦੀ ਜੜ੍ਹ ਆ ਤਾਂ ਉਹ ਇਹੀ ਆ ਕਿ ਸਿੱਖਾਂ ਨਾਲ ਇਸ ਦੇਸ਼ 'ਚ ਹੋਰ ਵਿਤਕਰਾ ਹੁੰਦਾ। ਉਹਨਾਂ ਦੇ ਲਈ ਇਸ ਦੇਸ਼ ਦਾ ਕਾਨੂੰਨ ਹੋਰ ਆ, ਇਸ ਦੇਸ਼ ਦਾ ਸੰਵਿਧਾਨ ਹੋਰ ਆ, ਇਸ ਦੇਸ਼ ਦਾ ਪੁਲਿਸ ਪ੍ਰਸ਼ਾਸਨ ਹੋਰ ਆ, ਇਸ ਦੇਸ਼ ਦੇ ਹਾਕਮਾਂ ਦੀ ਸੋਚ ਹੋਰ ਆ, ਅਤੇ ਇਸ ਦੇਸ਼ ਦੀਆਂ ਬਹੁ ਗਿਣਤੀਆਂ ਲਈ ਹੋਰ ਆ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ, ਬਹੁਤ ਢੁਕਵਾਂ ਮੌਕੇ ਦਾ ਸਵਾਲ ਇਹ ਆ ਕਿ ਸਿੱਖ ਨੇ ਜਿਹੜੇ ਉਹ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਨੇ। ਉਹਨਾਂ ਬੰਦੀ ਸਿੰਘਾਂ ਦੀ ਜਿਨ੍ਹਾਂ ਦੀ ਜੇਲ੍ਹ ਵਿੱਚ ਸਜ਼ਾ ਪੂਰੀ ਹੋ ਚੁੱਕੀ ਆ, ਮਤਲਬ ਉਹਨਾਂ ਦਾ ਹੱਕ ਹੈ
ਆਪਣੇ ਹੱਕ ਦੀ ਗੱਲ ਕੀਤੀ ਜਾਂਦੀ ਹੈ, ਜਿਹੜਾ ਬਣਦਾ ਹੱਕ ਹੈ ਕਿ ਇੱਕ ਬੰਦਾ ਜਿਹੜਾ ਆਪਣੀ ਜੇਲ੍ਹ 'ਚ ਸਜ਼ਾ ਪੂਰੀ ਕਰ ਚੁੱਕਾ ਉਹਨੂੰ ਰਿਹਾ ਕਰਨਾ ਕਾਨੂੰਨ ਦਾ ਫਰਜ਼ ਆ, ਸਮੇਂ ਦੀ ਸਰਕਾਰ ਦਾ ਫਰਜ਼ ਆ। ਉਹ ਰਿਹਾਈ ਨਹੀਂ ਹੋ ਰਹੀ ਤਾਂ ਇਹਦਾ ਮਤਲਬ ਕਿ ਉਹਦੇ ਨਾਲ ਧੱਕਾ ਹੋ ਰਿਹਾ। ਸੋ ਉਸ ਧੱਕੇ ਬਾਰੇ ਸਿੱਖ ਜੇ ਆਵਾਜ਼ ਬੁਲੰਦ ਕਰਦੇ ਨੇ ਤਾਂ ਉਹਨਾਂ ਦੀ ਆਵਾਜ਼ ਆ ਜਿਹੜੀ ਉਹਨੂੰ ਜ਼ੋਰ ਨਾਲ, ਜ਼ਬਰ ਨਾਲ, ਡੰਡੇ ਨਾਲ ਦਬਾਉਣ ਦਾ ਯਤਨ ਆ ਜਿਹੜਾ ਕੀਤਾ ਜਾਂਦਾ। ਤੁਸੀਂ ਦੇਖਿਆ ਕਿ ਬਾਪੂ ਸੂਰ ਸਿੰਘ ਖਾਲਸਾ ਜਿਹੜੇ 4 ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ, 122 ਦਿਨ ਹੋ ਗਏ ਨੇ, ਉਹਨਾਂ ਦੇ ਭੁੱਖ ਹੜਤਾਲ 'ਤੇ ਬੈਠੇ ਨੇ। ਉਹਨਾਂ ਨੂੰ ਜਬਰੀ ਚੁੱਕਿਆ ਗਿਆ, ਉਹਨਾਂ 'ਤੇ 157 ਦਾ ਪਾਇਆ ਗਿਆ। ਕਿੰਨੇ ਦਿਨ ਉਹਨਾਂ ਨੂੰ ਜਬਰੀ ਹਿਰਾਸਤ 'ਚ ਰੱਖ ਕੇ ਜਬਰੀ ਉਹਨਾਂ ਨੂੰ ਤਰਲ ਪਦਾਰਥ ਸੀ ਜਿਹੜੇ ਉਹ ਦਿੱਤੇ ਗਏ। ਉਹਨਾਂ ਦੇ ਹੱਕ ਵਿੱਚ, ਇਸ ਸੰਘਰਸ਼ ਦੇ ਹੱਕ ਵਿੱਚ ਜੇ ਬੰਗਾਰ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤੇ ਤੁਸੀਂ ਦੇਖਿਆ ਕਿ ਪੁਲਿਸ ਨੇ ਕਿਸ ਤਰ੍ਹਾਂ ਧੱਕੇ ਨਾਲ ਰੋਕਣ ਦਾ ਯਤਨ ਕੀਤਾ ਗਿਆ ਕਿ ਕਿਸੇ ਪਾਸੇ ਵੀ ਬੰਗਾਰ ਮਾਰਚ ਨੇ ਜਿਹੜੇ ਬਾਪੂ ਦੇ ਹੱਕ ਦੇ ਵਿੱਚ ਕੋਈ ਰੋਸ ਮੁਜ਼ਾਹਰੇ, ਧਰਨੇ ਆ ਜਿਹੜੇ ਉਹ ਨਾ ਹੋਣ ਦਿੱਤੇ ਜਾਣ। ਸੋ ਇਹ ਇੱਕ ਪਾਸੇ ਤਾਂ ਸ਼ਾਂਤਮਈ ਢੰਗ ਦੇ ਨਾਲ ਰੋਸ ਵਿਖਾਉਣ ਦਾ ਵੀ ਸਿੱਖਾਂ ਨੂੰ ਹੱਕ ਨਹੀਂ, ਤੇ ਦੂਸਰੇ ਪਾਸੇ ਸਾਰੀ ਇਹ ਸਾਡੇ ਸਾਹਮਣੇ ਬਿਲਕੁਲ ਸਾਫ਼ ਤਸਵੀਰ ਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਉਹਨਾਂ ਨੂੰ ਸਮੁੱਚੀ ਕੌਮ ਆ ਜਿਹੜੀ ਉਹ 20ਵੀਂ ਸਦੀ ਦੇ ਮਹਾਨ ਸਿੱਖ ਦਾ ਖਿਤਾਬ ਦੇ ਚੁੱਕੀ ਆ। ਉਹ ਹਰ ਸਿੱਖ ਦੇ ਦਿਲ 'ਚ ਵੱਸਦੇ ਨੇ, ਉਹਨਾਂ ਦੀ ਤਸਵੀਰ ਵੱਸਦੀ ਆ, ਤੇ ਉਹਨਾਂ ਦੇ ਵਿਰੁੱਧ ਸ਼ਰੇਆਮ ਸ਼ਰੇ ਬਾਜ਼ਾਰ ਉਹਨਾਂ ਦਾ ਪੁਤਲਾ ਫੂਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਉਹਨਾਂ ਦੇ ਵਿਰੁੱਧ ਅਪਮਾਨਜਨਕ ਨਾਅਰੇ ਲਾਏ ਜਾਂਦੇ ਨੇ, ਪਰੰਤੂ ਪੁਲਿਸ ਆ ਜਿਹੜੀ ਉਹ ਕੋਈ ਕਾਰਵਾਈ ਨਹੀਂ ਕਰਦੀ। ਉਦੋਂ ਸ਼ਾਇਦ ਪੁਲਿਸ ਤੱਕ ਜਾਣਕਾਰੀ ਨਹੀਂ ਜਾਂਦੀ ਹੈ ਕਿ ਸਿਵ ਸੈਨੀ ਇਹ ਕਰਨ ਲੱਗੇ ਨੇ। ਜਾਣਕਾਰੀ ਤਾਂ ਪੁਲਿਸ ਕੋਲ ਪਹਿਲਾਂ ਜਾਂਦੀ ਆ, ਪਰੰਤੂ ਕਿਉਂਕਿ ਨਹੀਂ, ਮਤਲਬ ਕਹਿਣ ਦਾ ਮਤਲਬ ਹੈ ਕਿ ਜਾਣ ਬੁੱਝ ਕੇ ਜਾਂਦੀ ਨਹੀਂ ਹੈ ਉਹਨਾਂ ਕੋਲੇ ਕਿ ਜੋ ਮਰਜ਼ੀ ਕਰੋ, ਤੁਸੀਂ ਹਿੰਦੂ ਹੋ। ਕੰਨ ਤੇ ਅੱਖਾਂ ਬੰਦ ਹੋ ਜਾਂਦੀਆਂ ਨੇ। ਬਿਲਕੁਲ ਠੀਕ ਹੈ ਗੱਲ ਕਿ ਜਦੋਂ ਸਿੱਖਾਂ ਦੇ ਵਿਰੁੱਧ ਕੋਈ ਕਾਰਵਾਈ ਕਰਦਾ ਤਾਂ ਪੁਲਿਸ ਪ੍ਰਸ਼ਾਸਨ ਦੀ, ਸਮੇਂ ਦੇ ਹਾਕਮਾਂ ਦੀਆਂ ਅੱਖਾਂ ਵੀ ਬੰਦ ਹੋ ਜਾਂਦੀਆਂ ਨੇ ਤੇ ਕੰਨ ਵੀ ਬੰਦ ਹੋ ਜਾਂਦੇ ਨੇ। ਸੋ ਉਹ ਸਿਵ ਸੈਨੀਏ ਜਿਹੜੇ ਸ਼ਰੇਆਮ, ਮਤਲਬ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਕਾਨੂੰਨ ਨਾਲ ਵੀ ਖਿਲਵਾੜ ਕਰਦੇ ਨੇ, ਕਿਉਂਕਿ ਜੇ ਕਿਸੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਆ ਤਾਂ ਮਤਲਬ ਕਾਨੂੰਨ ਨਾਲ ਖਿਲਵਾੜ ਹੋ ਰਿਹਾ, ਤੇ ਦੇਸ਼ ਦਾ ਜਿਹੜਾ ਅਮਨ ਕਾਨੂੰਨ ਆ ਉਹਨੂੰ ਅੱਗ ਲਾਉਣ ਦਾ, ਉਹਨੂੰ ਲਾਂਬੂ ਲਾਉਣ ਦਾ ਵੀ ਯਤਨ ਕਰਦੇ ਨੇ। ਸੋ ਉਹ ਉਹਨਾਂ ਨੂੰ ਮਾਫ ਆ ਕਿ ਉਹ ਜੋ ਮਰਜ਼ੀ ਕਰਨ, ਉਹ ਜਿਸ ਵੀ ਮਹਾਨ ਸ਼ਖਸੀਅਤ ਵਿਰੁੱਧ ਜੋ ਮਰਜ਼ੀ ਬੋਲ ਲੈਣ, ਜੋ ਮਰਜ਼ੀ ਕਰ ਲੈਣ, ਉਹਨਾਂ ਲਈ ਸਾਰਾ ਕੁਝ ਮਾਫ ਆ। ਪਰੰਤੂ ਜਿਸ ਵਿਅਕਤੀ ਦੇ ਬਾਪੂ ਨੂੰ ਗਾਲ ਕੱਢੀ ਜਾ ਰਹੀ ਆ, ਜਿਸ ਵਿਅਕਤੀ ਦੇ ਬਾਪੂ ਦਾ ਪੁਤਲਾ ਫੂਕਣ ਦੀ ਕੋਸ਼ਿਸ਼ ਕਰ ਰਹੀ ਆ, ਜੇ ਉਹ ਵਿਅਕਤੀ ਆ ਕੇ ਰੋਕਣ ਦਾ ਕੋਸ਼ਿਸ਼ ਉਹਨਾਂ ਨੂੰ ਕਰਦਾ ਕਿ ਤੁਸੀਂ ਖਬਰਦਾਰ ਹੋ ਜਾਓ ਕਿ ਜੇ ਤੁਸੀਂ ਮੇਰੇ ਬਾਪੂ ਵਿਰੁੱਧ ਕੋਈ ਸ਼ਬਦ ਬੋਲਿਆ, ਤੇ ਉਹਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਜਾਂਦਾ, ਉਹਨਾਂ ਦੇ ਡੰਡੇ ਵੀ ਮਾਰੇ ਜਾਂਦੇ ਨੇ, ਉਹਨਾਂ 'ਤੇ ਪਰਚੇ ਵੀ ਦਰਜ ਹੁੰਦੇ ਨੇ। ਸੋ ਇਹ ਜਿਹੜਾ ਇਸ ਦੇਸ਼ ਦਾ ਵਤੀਰਾ ਕਿ ਉਹ ਸਿੱਖਾਂ ਨੂੰ 2 ਨੰਬਰ ਦੇ ਸ਼ਹਿਰੀ ਸਮਝਿਆ ਜਾ ਰਿਹਾ, ਸਿੱਖਾਂ ਨੂੰ ਗੁਲਾਮ ਸਮਝਿਆ ਜਾ ਰਿਹਾ। ਸੋ ਜਿਹੜੀ ਪੁਆੜੇ ਦੀ ਜੜ ਆ ਸਭ ਤੋਂ ਵੱਡੀ ਉਹ ਇਹੀ ਆ ਕਿ ਸਿੱਖਾਂ ਦੇ ਨਾਲ, ਸਿੱਖਾਂ ਦੇ ਜਜ਼ਬਾਤਾਂ ਨਾਲ ਜਿਹੜਾ ਮਰਜ਼ੀ ਖਿਲਵਾੜ ਕਰ ਲਵੇ, ਉਹਨੂੰ ਖੁੱਲੀ ਛੋਟਾ, ਉਹਨੂੰ ਆਜ਼ਾਦੀ ਆ। ਪਰੰਤੂ ਸਿੱਖ ਜੇ ਆਪਣੇ ਹੱਕ ਦੀ ਗੱਲ ਵੀ ਕਰਦੇ ਨੇ ਜਿਹੜਾ ਉਹਨਾਂ ਦਾ ਬਣਦਾ ਵਾ, ਤੇ ਉਹ ਬਾਗੀ ਵੀ ਨੇ, ਉਹ ਵੱਖਵਾਦੀ ਵੀ ਨੇ, ਤੇ ਉਹ ਅੱਤਵਾਦੀ ਵੀ ਨੇ। ਜਦੋਂ ਤੱਕ ਇਸ ਦੇਸ਼ ਦਾ ਇਹ ਜਿਹੜਾ ਦੂਹਰਾ ਚਿਹਰਾ ਵਾ, ਜਿਹੜਾ ਸਿੱਖਾਂ ਨੂੰ ਦੂਰੀ ਐਨਕ ਆ ਜਿਹੜੀ ਸਿੱਖਾਂ ਨੂੰ ਹੋਰ ਨਜ਼ਰ ਤੇ ਇਸ ਦੇਸ਼ ਦੀਆਂ ਬਹੁ ਗਿਣਤੀਆਂ ਨੂੰ ਹੋਰ ਨਜ਼ਰ ਨਾਲ ਵੇਖਦੀ ਹੈ, ਜਦੋਂ ਤੱਕ ਇਹ ਖਤਮ ਨਹੀਂ ਹੁੰਦੀ ਉਦੋਂ ਤੱਕ ਇਸ ਦੇਸ਼ ਦੇ ਵਿੱਚ ਜਿਹੜੀ ਇਹ ਸਮੱਸਿਆ ਬਣੀ ਹੋਈ ਆ ਉਹ ਹਮੇਸ਼ਾ ਲਗਾਤਾਰ ਬਰਕਰਾਰ ਰਹੂਗੀ। ਸਿੱਖ ਆਪਣੇ ਆਪ ਨੂੰ ਇਸ ਦੇਸ਼ ਦੇ ਸ਼ਹਿਰੀ ਉਦੋਂ ਤੱਕ ਨਹੀਂ ਸਮਝ ਸਕਦੇ ਜਦੋਂ ਤੱਕ ਉਹਨਾਂ ਨੂੰ ਬਰਾਬਰ ਦੇ ਸ਼ਹਿਰੀ ਨਹੀਂ ਸਮਝਿਆ ਜਾਂਦਾ, ਨਹੀਂ ਮੰਨਿਆ ਜਾਂਦਾ, ਨਹੀਂ ਪ੍ਰਵਾਨ ਕੀਤਾ ਜਾਂਦਾ। ਕੁੱਲ ਮਿਲਾ ਕੇ ਤੁਸੀਂ ਇਸ ਸਾਰੇ ਵਰਤਾਰੇ ਨੂੰ ਕਿਵੇਂ ਵੇਖਦੇ ਹੋ? ਦੇਖੋ, ਅਸੀਂ ਜਿਹੜੀ ਗੱਲ ਸਰਕਾਰ ਤੋਂ ਚਾਹੁੰਦੇ ਹਾਂ ਕਿ ਉਹ ਦੇਸ਼ ਦੇ ਕਾਨੂੰਨ ਦੀ, ਬੇਸ਼ੱਕ ਇਸ ਦੇਸ਼ ਦਾ ਕਾਨੂੰਨ ਆ ਜਿਹੜਾ ਦੇਸ਼ ਦਾ ਸੰਵਿਧਾਨ ਆ, ਉਹਨੂੰ ਸਿੱਖਾਂ ਨੇ ਪ੍ਰਵਾਨ ਨਹੀਂ ਕੀਤਾ ਸੀ, ਉਹਦੇ 'ਤੇ ਦਸਤਖਤ ਨਹੀਂ ਹੋਏ, ਕਿਉਂਕਿ ਸਿੱਖ ਉਸ ਦਿਨ ਹੀ ਸਮਝ ਗਏ ਸੀ ਕਿ ਇਹ ਜਿਹੜਾ ਸੰਵਿਧਾਨ ਬਣਾਇਆ ਗਿਆ ਇਹ ਸਿੱਖਾਂ ਦੇ ਹੱਕ ਵਿੱਚ ਨਹੀਂ, ਸਿੱਖਾਂ ਦੇ ਜਿਹੜੇ ਹੱਕ ਨੇ ਉਹਨਾਂ 'ਤੇ ਡਾਕਾ ਵਾ, ਉਹਨਾਂ ਦਾ ਕਤਲੇਆਮ ਆ। ਪਰੰਤੂ ਉਸ ਦੇ ਬਾਵਜੂਦ ਵੀ ਉਹ ਇਸ ਸੰਵਿਧਾਨ ਦੀ ਘੱਟੋ ਘੱਟ ਪਾਲਣਾ ਤਾਂ ਕੀਤੀ ਜਾਵੇ। ਜੇ ਸਿੱਖਾਂ ਨੂੰ ਇਸ ਦੇਸ਼ ਦੇ ਸ਼ਹਿਰੀ ਮੰਨਿਆ ਜਾਂਦਾ, ਇਸ ਦੇਸ਼ ਦੇ ਨਾਗਰਿਕ ਮੰਨਿਆ ਜਾਂਦਾ, ਉਹਨਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਦੇਸ਼ ਨੂੰ ਆਪਣਾ ਦੇਸ਼ ਸਮਝਣ, ਤਾਂ ਘੱਟੋ ਘੱਟ ਇਹ ਦੇਸ਼ ਵੀ ਉਹਨਾਂ ਨੂੰ ਆਪਣੇ ਬਰਾਬਰ ਦੇ ਸ਼ਹਿਰੀ ਸਮਝੇ। ਸੋ ਇਹ ਜਿਹੜੀ ਸਭ ਤੋਂ ਵੱਡੀ ਸਮੱਸਿਆ ਦੀ ਜੜ ਆ ਇਹ ਇੱਥੇ ਖੜੀ ਆ ਕਿ ਇਹ ਦੇਸ਼ ਸਿੱਖਾਂ ਨੂੰ ਬਰਾਬਰ ਦੇ ਸ਼ਹਿਰੀ ਸਮਝਣ ਲਈ ਤਿਆਰ ਨਹੀਂ, ਤੇ ਜਦੋਂ ਤੱਕ ਇਹ ਕੁਝ ਨਹੀਂ ਹੁੰਦਾ, ਉਹਨਾਂ ਨੂੰ ਬਰਾਬਰ ਦੇ ਸ਼ਹਿਰੀ ਨਹੀਂ ਸਮਝਿਆ ਜਾਂਦਾ, ਤਾਂ ਉਦੋਂ ਤੱਕ ਸਿੱਖਾਂ ਦੇ ਮਨ ਦੇ ਵਿੱਚ ਜਿਹੜੀ ਬੇਗਾਨਗੀ ਦੀ ਭਾਵਨਾ ਵਾ ਉਹ ਆ ਜਿਹੜੀ ਉਹ ਬਰਕਰਾਰ ਰਹੂਗੀ। ਸੋ
ਜੇ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਰੁੱਧ ਉਹਨਾਂ ਦਾ ਪੁਤਲਾ ਫੂਕਣ ਦੀ ਕੋਸ਼ਿਸ਼ ਕੀਤੀ ਗਈ ਆ, ਉਹਨਾਂ ਵਿਰੁੱਧ ਅਪਮਾਨਜਨਕ ਨਾਅਰੇ ਲਾਏ ਗਏ ਨੇ। ਸੋ ਜੇ ਇਸ ਦੇਸ਼ ਦੀ ਸਰਕਾਰ ਸੁਹਿਰਦ ਹੈ ਤਾਂ ਉਹਨੂੰ ਚਾਹੀਦਾ ਕਿ ਘੱਟੋ ਘੱਟ ਇਸ ਪਾਸੇ ਸਖਤੀ ਨਾਲ ਕਾਨੂੰਨ ਬਣਾਵੇ ਅਤੇ ਉਸ ਕਾਨੂੰਨ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਕਿ ਕਿਸੇ ਨੂੰ ਵੀ ਕਿਸੇ ਦੀਆਂ ਜਜ਼ਬਾਤਾਂ ਨਾਲ, ਕਿਸੇ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾਊਗੀ। ਸੋ ਜੇ ਪੁਲਿਸ ਨੇ ਮੰਡੀ ਗੋਬਿੰਦਗੜ੍ਹ 'ਚ ਉਹਨਾਂ ਸਿੰਘਾਂ ਨੂੰ ਜਿਹੜੇ ਉਹਨਾਂ ਨੂੰ ਰੋਕਣ ਆਏ, ਉਹ ਪਹਿਲਾਂ ਤਾਂ ਨਹੀਂ ਆਏ, ਉਹ ਉਸ ਵੇਲੇ ਆਏ ਜਦੋਂ ਉਹਨਾਂ ਨੇ ਸੰਤਾਂ ਦੇ ਪੁਤਲੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਵਿਰੁੱਧ ਨਾਅਰੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਸੋ ਉਦੋਂ ਜਿਹਦਾ ਮਨ 'ਚ ਜਿਹਦੇ ਰੋਸ ਜਾਗਿਆ ਉਹ ਜ਼ਰੂਰ ਮੈਦਾਨ 'ਚ ਆਊਗਾ। ਸੋ ਉਹਨਾਂ ਨੂੰ ਰੋਕਣ ਲਈ ਉਹ ਆਏ, ਪਰੰਤੂ ਗ੍ਰਿਫਤਾਰੀ ਉਹਨਾਂ ਦੀ ਹੋਈ ਜਿਹੜੇ ਉਹਨਾਂ ਨੂੰ ਰੋਕਣ ਲਈ ਆਏ, ਉਹਨਾਂ ਦੀ ਨਹੀਂ ਹੋਈ ਜਿਹੜੇ ਉਹ ਕਾਰਾ ਕਰ ਰਹੇ ਸੀ, ਜਿਹੜੇ ਉਹ ਕਰਤੂਤ ਕਰ ਰਹੇ ਸੀ, ਉਹਨਾਂ ਵਿਰੁੱਧ ਕੋਈ ਕਾਰਵਾਈ ਨਹੀਂ। ਸੋ ਜਦੋਂ ਤੱਕ ਇਸ ਦੇਸ਼ ਦਾ ਜਿਹੜਾ ਭਗਵਾਂ ਬ੍ਰਿਗੇਡ ਹੈ, ਇਸ ਦੇਸ਼ ਦਾ ਹਿੰਦੂਵਾਦੀ ਫਿਰਕੂ ਜਨੂਨੀ ਟੋਲਾ, ਜਦੋਂ ਤੱਕ ਉਹ ਇਸ ਗੱਲ ਨੂੰ ਮਹਿਸੂਸ ਨਹੀਂ ਕਰਦਾ, ਇਸ ਭਾਵਨਾ ਨੂੰ ਤਿਆਗਦਾ ਨਹੀਂ ਕਿ ਸਿੱਖਾਂ ਦੀ ਹੋਂਦ ਨੂੰ ਅਸੀਂ ਹੜੱਪਣਾ ਵਾ, ਸਗੋਂ ਇਹ ਮਹਿਸੂਸ ਕਰੇ ਕਿ ਇਹ ਇਸ ਦੇਸ਼ ਦੇ ਬਰਾਬਰ ਦੇ ਸ਼ਹਿਰੀ ਨੇ, ਇਹਨਾਂ ਦਾ ਇਸ ਦੇਸ਼ ਦੀ ਆਜ਼ਾਦੀ ਲਈ, ਦੇਸ਼ ਦੀ ਏਕਤਾ ਲਈ, ਦੇਸ਼ ਦੀ ਅਖੰਡਤਾ ਲਈ, ਦੇਸ਼ ਦੀ ਸਰਹੱਦਾਂ ਦੀ ਰਾਖੀ ਲਈ, ਦੇਸ਼ ਦੇ ਅੰਨ ਭੰਡਾਰ ਲਈ ਬਹੁਤ ਵੱਡਾ ਯੋਗਦਾਨ ਹੈ। ਸੋ ਇਸ ਗੱਲ ਨੂੰ ਉਹ ਮਨੋਂ ਸਵੀਕਾਰ ਕਰਕੇ ਜਦੋਂ ਤੱਕ ਇਸ ਦੇਸ਼ ਦੀਆਂ ਸਾਰੀਆਂ ਘੱਟ ਗਿਣਤੀਆਂ ਨੂੰ, ਚਾਹੇ ਉਹ ਕੋਈ ਵੀ ਘੱਟ ਗਿਣਤੀ ਆ, ਉਹਨਾਂ ਸਾਰੀਆਂ ਘੱਟ ਗਿਣਤੀਆਂ ਨੂੰ ਬਰਾਬਰੀ ਦਾ ਅਧਿਕਾਰ, ਬਰਾਬਰੀ ਦਾ ਸਤਿਕਾਰ ਅਤੇ ਪਿਆਰ ਨਹੀਂ ਦਿੰਦੇ, ਉਦੋਂ ਤੱਕ ਜਿਹੜੀ ਆਪਾਂ ਪਹਿਲਾਂ ਗੱਲ ਕਰੀ ਆ ਕਿ ਇਹਨਾਂ ਦੀ ਜਿਹੜੀ ਜ਼ਹਿਰੀਲੀ ਸੋਚ ਆ, ਇਹਨਾਂ ਦੀ ਜਿਹੜੀ ਫਿਰਕੂ ਜਨੂਨੀ ਸੋਚ ਆ, ਉਸ ਸੋਚ ਤੋਂ ਜ਼ਰੂਰ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਜਿਹੜਾ ਉਹ ਬਣਿਆ ਰਹੂਗਾ। ਕੁੱਲ ਦੁਨੀਆ ਇਸ ਸੱਚ ਤੋਂ ਬਖੂਬੀ ਜਾਣੂ ਹੈ ਕਿ ਸਿੱਖ ਨਾ ਤਾਂ ਕਿਸੇ ਨੂੰ ਡਰਾਉਂਦੇ ਹਨ ਤੇ ਨਾ ਹੀ ਕਦੇ ਕਿਸੇ ਤੋਂ ਡਰਦੇ ਹਨ, ਪਰੰਤੂ ਦੁਸ਼ਮਣ ਦੇ ਦੰਦ ਖੱਟੇ ਕਰਨਾ ਚੰਗੀ ਤਰ੍ਹਾਂ ਜਾਣਦੇ ਹਨ ਤੇ ਉਸ ਦੇ ਨਾਲ ਨਾਲ ਹੀ ਸਿੱਖੀ ਨੇ ਹਮੇਸ਼ਾ ਸਰਬੱਤ ਦਾ ਭਲਾ ਮੰਗਿਆ ਹੈ। ਅਸੀਂ ਸਿਰਫ ਇਸ ਦੇਸ਼ ਦੀ ਬਹੁ ਗਿਣਤੀ ਨੂੰ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਕਿ ਘੱਟ ਗਿਣਤੀਆਂ ਦੇ ਮਨਾਂ ਦੇ ਵਿੱਚ, ਸਿੱਖਾਂ ਦੇ ਮਨਾਂ ਦੇ ਵਿੱਚ ਜੋ ਇੱਕ ਬੇਗਾਨਗੀ ਦੀ ਭਾਵਨਾ ਹੈ, 2 ਨੰਬਰ ਦੇ ਸ਼ਹਿਰੀ ਦੀ ਭਾਵਨਾ ਹੈ, ਉਸ ਨੂੰ ਖਤਮ ਕਰਕੇ ਸਿੱਖਾਂ ਨੂੰ ਬਰਾਬਰੀ ਦਾ ਅਧਿਕਾਰ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਅਮਨ ਕਾਨੂੰਨ ਇਸੇ ਤਰ੍ਹਾਂ ਹੀ ਬਣਿਆ ਰਹੇ, ਕਿਉਂਕਿ ਲੋੜ ਪੈਣ ਤੇ ਸਿੱਖ ਆਪਣਾ ਹੱਕ ਲੈਣਾ ਚੰਗੀ ਤਰ੍ਹਾਂ ਜਾਣਦੇ ਹਨ। ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ। ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ। ਤੁਸੀਂ ਸਾਨੂੰ ਆਪਣੇ ਸੁਝਾਅ rojanaparedar@gmail.com ਤੇ ਭੇਜ ਸਕਦੇ ਹੋ ਜਾਂ ਫਿਰ ਸਾਨੂੰ WhatsApp ਕਰ ਸਕਦੇ ਹੋ। ਸਾਡਾ WhatsApp ਨੰਬਰ ਹੈ 8146737277। ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ। ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।